श्री नानक पाग पंकज वंदना पंकज वंदना सिमरो अंगद दोष निकंदना श्री अमरदास हृदय नित्य ध्यान हृदय नित्य ध्यान श्री गुरु रामदास गुण गान श्री अर्जन विज्ञान के नाशक विज्ञान के नाशक श्री हरगोविंद शुभ सुमत प्रकाशक श्री हरे राय नमो कर जोरी नमो कर जोरी श्री हरे कृष्ण भगोरी तेग बहादुर परम कृपाला जी परम कृपाला श्री गुरु गोविंद सिंह विशाला तहरू तरा पर पुन पुन सीसा पुन पुन सीसा बंदो बार बार जगदीशा जिसमें है अमृत ज्ञान है मानक भगत बैराग श्री गुरु ग्रंथ साहिब ओदन बंधु कर अनुराग एक अंकारा सतगुरु तेह प्रसाद सच होए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए वाहिगुरु जी चौपाई विपर हुए को ब्याह विपर वन के ब्याहन ब्याह ब्याह कराई ले नदान आन देव की करे ना खान। वाहिगुरु जी का खालसा वाहिगुरु जी की फतेह। परम सन्मान सत्कारयोग सतगुरु धन धन श्री गुरु ग्रंथ साहिब जी महाराज जी के चरण कमलों विखे सुभाएमान सतसंगी जनों वड्डे भागां वाले हाँ गुरु चरणों में सत्संगत का लाह लै रहे अमृतमयी बाणी के कीर्तन श्रवण किए ने। आओ कुछ समय मन बिरती एकाग्र करिए गुर इतिहास विचार के नाल जुड़न का यत्न करिए। धन दशमेश पिता जिथे खालसा पंथ दे गुण बयान कर रहे हैं उथे ब्राह्मणों दियां भी कुछ
ਰੀਤੀ ਰਸਮਾਂ ਜੋ ਹਨ ਉਹ ਬਿਆਨ ਕਰਕੇ ਦੱਸ ਰਹੇ ਨੇ। ਆਓ ਬੜੇ ਪਿਆਰ ਸਤਿਕਾਰ ਸਹਿਤ ਸਰਵਣ ਕਰੀਏ ਜੀ। ਚੌਪਈ ਵਿਪਰ ਹੋਏਗਾ ਏਕੋ ਵਿਆਹ, ਵਿਪਰ ਬੰਧ ਕੇ ਬਿਆਨ ਵਿਆਹ। ਕਹਿੰਦੇ ਵੀ ਬ੍ਰਾਹਮਣ ਹੋ ਕੇ ਇੱਕ ਇਸਤਰੀ ਦੇ ਨਾਲ ਵਿਵਾਹ ਕਰੇ ਤੇ ਉਹ ਜਿਹੜੀ ਇਸਤਰੀ ਹੋਵੇ ਉਹ ਵੀ ਬ੍ਰਾਹਮਣ ਜਾਤ ਦੀ ਹੋਵੇ ਜੀ। ਵਿਆਹ ਕਰਾਈ ਲੈ ਨਾ ਦਾਨ, ਦੇਵਕੀ ਕਰੇ ਨਾ ਕਾਨ। ਇਹ ਜੇ ਵਿਆਹ ਕਰਾਵੇ ਤੇ ਕਿਸੇ ਤੋਂ ਕੋਈ ਦਾਨ ਨਾ ਲਵੇ, ਕਿਸੇ ਦੇਵੀ ਦੇਵਤੇ ਦੀ ਕੋਈ ਪਰਵਾਹ ਨਾ ਕਰੇ ਜੀ। ਵਿਦ ਕਰ ਤਾਗਾ ਵਿਦ ਕਰ ਵੇਦ, ਵਿਦ ਕਰ ਦਾਨ ਨਾ ਧਾਰੈ ਭੇਦ। ਵਿਧੀ ਅਨੁਸਾਰ ਕੋਈ ਵੀ ਕਰਮ ਕਰੇ, ਵਿਧੀ ਅਨੁਸਾਰ ਵੇਦ ਪੜ੍ਹੇ, ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਾ ਕਰੇ ਜੀ। ਭੋਜਨ ਦਾਨ ਕੁਦਾਨ ਸੋ ਤਿਆਗੈ, ਸੋ ਦਿਜਵਰ ਪੂਜਿਤ ਬਟ ਭਾਗੈ। ਕਰਮ ਕਰੇ ਇਹ ਜਿਹਾ ਕਿ ਦਾਨ ਕਿਸੇ ਤੋਂ ਨਾ ਮੰਗੇ, ਜੋ ਧਾਨ ਕੋ ਧਾਨ ਦਾ ਭੋਜਨ ਛੱਡੇ। ਔਰ ਐਸੇ ਵਡਭਾਗੇ ਬ੍ਰਾਹਮਣ ਹੀ ਹਮੇਸ਼ਾ ਪੂਜੇ ਜਾਣਗੇ, ਉਹਨਾਂ ਦਾ ਹਮੇਸ਼ਾ ਸਤਿਕਾਰ ਹੋਵੇਗਾ। ਗ੍ਰਹਿਣ ਨਾ ਲੇਵੈ ਤੁਲਾ ਨ ਮੂਰਤ, ਛਾਇਆ ਮਿਰਤਕ ਜਨਕ ਕੇ ਦੂਰਤ। ਕਹਿੰਦੇ ਗ੍ਰਹਿਣ ਲੱਗੇ ਤੇ ਦਾਨ ਨਾ ਲਵੇ, ਤੁਲਾ ਦਾਨ ਛਾਇਆ ਪਾਤਰ ਔਰ ਮਿਰਤਕ ਤੇ ਜਨਮ ਸਮੇਂ ਦਾਨ ਲੈਣਾ ਬੜਾ ਕਠਿਨ ਆਪਣੇ ਆਪ ਨੂੰ ਸਮਝੇ, ਕਿਉਂਕਿ ਸੂਰਜ ਗ੍ਰਹਿਣ ਵਿੱਚ ਕੋਈ ਮਿਰਤਕ ਪ੍ਰਾਣੀ ਹੋਵੇ, ਕੋਈ ਜਨਮਿਆ ਹੋਵੇ, ਉਹ ਭਲਾ ਨਹੀਂ ਮੰਨਿਆ ਜਾਂਦਾ। ਇਸ ਕਰਕੇ ਉਹਨਾਂ ਤੋਂ ਦਾਨ ਨਾ ਲਵੇ ਜੀ। ਜਿਨ ਮੰਗੈ ਪੜ ਵੇਦ ਪੁਰਾਨ, ਦੇਵ ਦਤ ਭੋਗੈ ਸੁਰਗਿਆਨ। ਵੇਦ ਪੁਰਾਨ ਪੜ੍ਹੇ ਪਰ ਬਿਨਾਂ ਮੰਗਿਆ ਤੋਂ, ਔਰ ਜੋ ਰੱਬ ਨੇ ਦਿੱਤਾ ਹੈ ਉਹ ਖਾਵੇ, ਐਸਾ ਬ੍ਰਾਹਮਣ ਫਿਰ ਦੇਵਤਾ ਕਹਿਲਾਵੇਗਾ। ਦੇਵੈ ਦੇਵੈ ਮੋਹ ਨਾ ਕਰੈ, ਸੋ ਦਿਜ ਸਕਲ ਜਗਤ ਤੇ ਪਰੈ। ਲੈਣ ਦੇਣ ਵਿੱਚ ਕਿਸੇ ਤਰ੍ਹਾਂ ਦਾ ਕੋਈ ਮੋਹ ਨਾ ਕਰੇ, ਉਹ ਬ੍ਰਾਹਮਣ ਸਾਰੇ ਜਗਤ ਤੋਂ ਪਰੇ ਹੋਵੇਗਾ, ਨਿਰਾਲਾ ਹੋਵੇਗਾ ਜੀ। ਇਨਕੇ ਪਾਏ ਪਰੇ ਹੋਏ ਤੇ ਜੋ ਦੇਵ ਗਿਆਨੀ ਕਰਮ ਧਰੇਜ। ਕਹਿੰਦੇ ਐਸੇ ਬ੍ਰਾਹਮਣ ਜੇ ਕੋਈ ਵੀ ਪੈਰੀ ਪਵੇਗਾ ਉਹਦਾ ਤੇਜ ਪ੍ਰਤਾਪ ਵਧੇਗਾ, ਉਹ ਗਿਆਨੀ ਹੋਏਗਾ, ਸ਼ੁਭ ਕਰਮਾਂ ਦੇ ਨਾਲ ਭਰਪੂਰ ਹੋਵੇਗਾ ਜੀ। ਜੋ ਪੰਥ ਕਰਿਓ ਤਿਸ ਤਾਰਨਾ, ਨਹਿ ਤੋ ਮੇਰੋ ਜਨਮ ਕਾਰਨ। ਮੈਂ ਜਿਸ ਕਾਰਨ ਇਹ ਪੰਥ ਤਿਆਰ ਕੀਤਾ ਹੈ ਇਹ ਮੇਰੇ ਜਨਮ ਕਾਰਨ ਕਰਕੇ ਹੀ ਹੈ। ਜਨਮ ਕਾਰਨ ਤੋਂ ਰਹਿਤ ਹੀ ਸੀ, ਪਰ ਹੁਣ ਜੇ ਜਨਮ ਕਰਕੇ ਆਏ ਹਾਂ ਇਸ ਸੰਸਾਰ ਦੇ ਉੱਤੇ, ਜੋ ਪਰਮਾਤਮਾ ਨੇ ਜ਼ਿੰਮੇਵਾਰੀ ਲਾਈ ਹੈ, ਇਸ ਕਰਕੇ ਉਹ ਜ਼ਿੰਮੇਵਾਰੀ ਨਿਭਾਉਂਦੇ ਹੋਏ ਨਿਰੋਲ ਖਾਲਸਾ ਸਾਜਣਾ ਹੈ ਤੇ ਉਹਨਾਂ ਨੂੰ ਇਹ ਜਿਹੜੀ ਰਹਿ ਦੱਸ ਰਹੇ ਆ ਇਹ ਸਾਰੀ ਉਹਨਾਂ ਨੇ ਨਿਭਾਉਣੀ ਹੈ ਜੀ। ਮੇਰਾ ਸਿੱਖ ਬਰਾਗੀ ਰਹਿ, ਆਜ ਕਾਲ ਕਰ ਕਾਲ ਸੰਗ ਹੈ। ਮੇਰਾ ਸਿੱਖ ਜਿਹੜਾ ਬੈਰਾਗੀ ਰਹੇ ਹਰ ਸਮੇਂ ਇਹ ਜਾਣੇ ਕਿ ਕਾਲ ਜਿਹੜਾ ਮੇਰੇ ਨਾਲ ਹੈ, ਮੇਰੇ ਸਿਰ ਤੇ ਖੜਾ ਹੈ, ਮੈਨੂੰ ਕਿਸੇ ਵੇਲੇ ਵੀ ਕਾਲ ਦਾ ਬੁਲਾਵਾ ਆ ਸਕਦਾ ਹੈ ਜੀ। ਸਵਾਮੀ ਧਰਮ ਸਦਾ ਪਾਲੈ, ਧਰਮ ਪਾਲ ਸੋ ਰਸਤਾ ਪਾਲੈ। ਸਵਾਮੀ ਧਰਮ ਦੀ ਹਮੇਸ਼ਾ ਪਾਲਣਾ ਕਰੇ, ਧਰਮ ਪਾਲਣ ਦੇ ਸ਼ੁਭ ਰਸਤੇ ਦੀ ਹਮੇਸ਼ਾ ਭਾਲ ਕਰੇ। ਜੋ ਪਰਮਾਤਮਾ ਨੇ ਕਿਹਾ ਜੋ ਗੁਰ ਕੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲਾ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੇ। ਔਰ ਗੁਰੂ ਦੇ ਬਚਨ ਮੰਨਦੇ ਹੋਏ ਸੰਤ ਕਾ ਮਾਰਗ ਧਰਮ ਕੀ ਪੌੜੀ, ਧਰਮ ਦੀ ਪੌੜੀ ਵੀ ਅਪਣਾਉਣ ਦਾ ਯਤਨ ਕਰੇ। ਸਮੇਂ ਸਮੇਂ ਸਿਰ ਭੋਜਨ ਸੇਵਾ, ਜਨਤਾ ਤਾਜ ਬਾਣੀ ਗੁਰ ਕੇਵਾ। ਸਮੇਂ ਸਮੇਂ ਭੋਜਨ ਛਕਾਉਣ ਦੀ ਵੀ ਸੇਵਾ ਕਰਿਆ ਕਰੇ। ਕਦੇ ਸੰਤ ਪੁਰਸ਼ਾਂ ਦੀ ਕੋਈ ਸੇਵਾ ਕਰਿਆ ਕਰੇ, ਆਲਸ ਦਾ ਤਿਆਗ ਕਰੇ ਤੇ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਗਾਇਨ ਕਰੇ। ਸੁਣੋ ਸਿੱਖ ਮਮਤਾ ਨਾ ਕਰਨੀ, ਭਲੇ ਬੁਰੇ ਕੀ ਸੇਵਾ ਧਰਨੀ। ਕਹਿੰਦੇ ਵੀ ਮਮਤਾ ਨਹੀਂ ਕਰਨੀ, ਕੋਈ ਭਲਾ ਹੋਵੇ ਭਾਵੇਂ ਕੋਈ ਬੁਰਾ ਹੋਵੇ, ਜਿਹੜਾ ਚੱਲ ਕੇ ਆ ਗਿਆ
ਉਹਦੀ ਸੇਵਾ ਕਰਨ ਵਿੱਚ ਕਦੇ ਸੰਕੋਚ ਨਹੀਂ ਕਰਨਾ। ਨੀਚ ਸੰਗ ਨੈ ਕੀਜੈ ਮਿੱਤਰ, ਬਚਨ ਹਾਰ ਕਾ ਝੂਠ ਚਿੱਤਰ। ਨੀਚ ਨਾਲ ਮਿੱਤਰਤਾ ਨਹੀਂ ਕਰਨੀ, ਬਚਨ ਹਾਰੇ ਵਾਲੇ ਦੇ ਉੱਤੇ ਜੋ ਉਹ ਝੂਠਾ ਚਰਿੱਤਰ ਉਹਦਾ ਸਾਹਮਣੇ ਉਜਾਗਰ ਹੋਵੇ ਉਹਦੇ ਨਾਲ ਵੀ ਸੰਗ ਕਦੇ ਨਹੀਂ ਕਰਨਾ ਜੀ। ਜੋ ਮੇਰਾ ਸੁਭ ਸਿੱਖ ਭਾਵੈ, ਪੌਲ ਲੇਛੁ ਕਰਮ ਕਮਾਵੈ। ਜਿਹੜਾ ਮੇਰਾ ਸ਼ੁਭ ਸਿੱਖ ਕਹਾਵੇਗਾ ਉਹ ਖੰਡੇ ਬਾਟੇ ਦੀ ਪੌਲ ਲੈ ਕੇ ਸ਼ੁਭ ਕਰਮ ਦੀ ਕਮਾਈ ਕਰੇਗਾ। ਆਗ ਸਭ ਜਾਏ ਬਿਲਾਏ, ਗੁਰ ਸ਼ਰਨੀ ਜਬ ਹੀ ਪਰ ਜਾਏ। ਉਹਦੇ ਪਿਛਲੇ ਪਾਪ, ਅੱਗ ਕਹਿੰਦੇ ਨੇ ਪਾਪ ਨੂੰ, ਪਿਛਲੇ ਜਿਹੜੇ ਪਾਪ ਨੇ ਉਹ ਦੂਰ ਹੋ ਜਾਣਗੇ ਔਰ ਉਹ ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰੂ ਦੀ ਕਿਰਪਾ ਮਿਹਰਮਤ ਦੇ ਸਦਕਾ ਇਸ ਸੰਸਾਰ ਤੋਂ ਪਾਰ ਉਤਰਨ ਦਾ ਯਤਨ ਕਰੇਗਾ ਜੀ। ਅਸਰ ਭੂਤ ਕੀ ਸੇਵਾ ਤਜੈ, ਪਾਹਨ ਕੀ ਪੂਜਾ ਨਹਿ ਜਜੈ। ਅਸੁਰਾਂ ਦੀ ਦੈਂਤਾਂ ਦੀ ਕਦੀ ਪੂਜਾ ਨਾ ਕਰੇਗਾ, ਨਾ ਉਹ ਪੱਥਰ ਪੂਜਕ ਹੋਵੇਗਾ। ਜਿਹੜਾ ਮੇਰਾ ਗੁਰਸਿੱਖ ਹੈ, ਕੀਰਤਨ ਦੀ, ਪੱਥਰਾਂ ਦੀ, ਦੈਂਤਾਂ ਦੀ, ਭੂਤ ਪ੍ਰੇਤਾਂ ਦੀ, ਇਹਨਾਂ ਵਿੱਚੋਂ ਕਿਸੇ ਦੀ ਪੂਜਾ ਨਹੀਂ ਕਰੇਗਾ। ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਨਿਵਾਏਗਾ, 10 ਪਾਤਸ਼ਾਹਾਂ ਦੇ ਉੱਤੇ ਪੂਰਨ ਭਰੋਸਾ ਰੱਖੇਗਾ, ਗੁਰੂ ਦੀ ਬਾਣੀ ਨਾਲ ਪਿਆਰ ਪਾਏਗਾ, ਗੁਰੂ ਦੇ ਉੱਤੇ ਭਰੋਸਾ ਰੱਖ ਕੇ ਗੁਰੂ ਦੀ ਕਹੀ ਹੋਈ ਗੱਲ ਨੂੰ ਮੰਨੇਗਾ ਔਰ ਕਿਸੇ ਕਿਰਤ ਮਾਦਕ ਦੀ ਪੂਜਾ ਨਹੀਂ ਕਰੇਗਾ, ਉਹ ਮੇਰਾ ਸਿੱਖ ਹੈ ਜੀ। ਆਨ ਪੂਜਾ ਕਲਕਾ ਭਾਉ, ਮੜੀ ਮਸਾਣੀ ਝੂਠ ਸੁਆਓ। ਕਹਿੰਦੇ ਪੱਥਰਾਂ ਦੀ ਪੂਜਾ ਤੇ ਮੜੀ ਵਸਾਣੀ ਆਦਿਕ ਦਾ ਪੂਜਾ ਪ੍ਰਯੋਜਨ ਕਦੇ ਵੀ ਨਹੀਂ ਕਰੇਗਾ ਜੀ। ਡਿੰਬ ਕਰ ਹੈ ਮੁੰਡੇ ਜੇ ਨਾਕ, ਜਪਨੀ ਫੇਰੈ ਵੱਡਾ ਨਪਾਕ। ਕਹਿੰਦੇ ਵੀ ਪਖੰਡ ਕਰਕੇ ਜਿਹੜਾ ਨੱਕ ਬੰਦ ਕਰਦਾ, ਜਪ ਕਰਕੇ ਮਾਲਾ ਫੇਰਦਾ, ਉਹਨੂੰ ਵੀ ਜਹਾਨ ਵਿੱਚ ਅਪਵਿੱਤਰ ਹੀ ਮੰਨਿਆ ਹੈ। ਕਹਿੰਦੇ ਕਿਸੇ ਨੂੰ ਦਿਖਾਵੇ ਮਾਤਰ ਮਾਲਾ ਫੇਰਨੀ ਹੈ, ਕੋਈ ਕਰਮ ਕਿਸੇ ਦੇ ਦਿਖਾਵੇ ਲਈ ਕੀਤਾ, ਉਹਦੀ ਨਜ਼ਰ ਵਿੱਚ ਭਲਾ ਹੈ, ਪਰ ਸੰਗਤ ਜੀ ਗੁਰੂ ਕਹਿੰਦੇ ਵੀ ਇਹ ਪਵਿੱਤਰ ਕਰਮ ਹੈ। ਜਿਹੜਾ ਵੀ ਕੰਮ ਕਰਨਾ ਨਾ, ਕਦੀ ਕਿਸੇ ਨੂੰ ਦਿਖਾਵੇ ਨਾ। ਸੰਗਤ ਜੀ ਇਸ ਆਪਣੇ ਇਰਦ ਗਿਰਦ ਆਪਾਂ ਕਈ ਵਾਰੀ ਵੇਖੀਏ ਨਾ, ਕਈ ਇਹੋ ਜਿਹੇ ਬ੍ਰਹਮ ਗਿਆਨੀ ਬੈਠੇ ਨੇ, ਇਹੋ ਜਿਹੇ ਤਤਵਿਤੇ ਬੈਠੇ ਨੇ ਜਿਹੜੇ ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਪਾਨ ਕਰਕੇ ਜਪ ਤਪ ਕਰਨਾ ਸ਼ੁਰੂ ਕਰ ਦਿੰਦੇ ਨੇ, ਬੰਦਗੀ ਕਰਨੀ ਸ਼ੁਰੂ ਕਰ ਦਿੰਦੇ। ਕਹਿੰਦੇ ਉਹ ਬ੍ਰਹਮ ਗਿਆਨੀ ਹੁੰਦਾ, ਪਰ ਉਹ ਬ੍ਰਹਮ ਗਿਆਨੀ ਦਾ ਕਹਿੰਦੇ ਕਦੇ ਨਾਲ ਦੇ ਘਰਦਿਆਂ ਨੂੰ ਹੀ ਨਹੀਂ ਪਤਾ ਹੁੰਦਾ ਵੀ ਇਹ ਇੰਨਾ ਬ੍ਰਹਮ ਗਿਆਨੀ ਹੈ। ਜਿਨ ਹਰ ਪਾਇਓ ਤਿਨੇ ਛੁਪਾਇਆ। ਜੇ ਕੋਈ ਭਲਾ ਕਰਮ ਕਰ ਰਿਹਾ, ਜਪ ਤਪ ਕਰ ਰਿਹਾ ਨਾ, ਉਹਨੂੰ ਢੰਡੋਰਾ ਪਿੱਟ ਕੇ ਦੱਸਣ ਦੀ ਲੋੜ ਨਹੀਂ ਪੈਂਦੀ। ਦੱਸਣਾ ਨਹੀਂ ਕਿਸੇ ਨੇ ਵੀ ਮੈਂ ਇਹ ਕੰਮ ਕਰ ਰਿਹਾ ਜਾਂ ਮੈਂ ਇੰਨਾ ਜਪ ਤਪ ਕਰ ਰਿਹਾ, ਇੰਨੀ ਸਾਧਨਾ ਕਰ ਰਿਹਾ। ਸੰਤ ਪੁਰਸ਼ ਇੱਕ ਗੱਲ ਕਿਹਾ ਕਰਦੇ ਸਨ, ਉਹ ਕਹਿੰਦੇ ਵੀ ਜੇ ਜਪ ਤਪ ਕਿਸੇ ਨੂੰ ਦੱਸਣਾ ਹੈ ਨਾ, ਦੱਸ ਕੇ ਕੀਤਾ ਤੇ ਉਹਦਾ ਕੋਈ ਲਾਭ ਨਹੀਂ ਮਿਲਦਾ। ਜਿਹੜਾ ਦੱਸ ਹੀ ਦਿੱਤਾ ਉਹਦਾ ਫਾਇਦਾ ਕੀ ਹੋਇਆ? ਉਹ ਤੇ ਬਿਲਕੁਲ ਨਿਰਾਰਥਕ ਹੋ ਗਿਆ, ਉਹਦਾ ਕੋਈ ਅਰਥ ਨਹੀਂ ਰਿਹਾ, ਕੋਈ ਉਹਦਾ ਮਨੋਰਥ ਨਹੀਂ ਰਿਹਾ। ਕਹਿੰਦੇ ਜਿਹੜਾ ਮੇਰਾ ਗੁਰਸਿੱਖ ਹੈ ਨਾ, ਉਹ ਜਪਤਾ ਵੀ ਇਸ ਤਰੀਕੇ ਨਾਲ ਕਰੇ ਕਿ ਕਿਸੇ ਨੂੰ ਪਤਾ ਨਾ ਲੱਗੇ। ਦਿਖਾਵੇ ਦਾ ਤੇ ਬਿਲਕੁਲ ਵਿਅਰਥ ਹੈ, ਇਹ ਅਪਵਿੱਤਰ ਕਰਮ ਹੈ ਜੀ। ਜਿਨਕੇ ਭਾਉ ਨਾ ਅੰਤਰਪੁਰਾ, ਕਿਉ ਮੂਰਖ ਤੀਰਥ ਭ੍ਰਮ ਫਿਰਾ। ਜਿਹਦੇ ਅੰਦਰ ਪ੍ਰੇਮ ਦੀ ਭਾਵਨੀ ਨਹੀਂ ਹੋਈ, ਪ੍ਰੇਮ ਨਹੀਂ ਨਾ ਜਾਗਿਆ, ਉਹ ਭਾਵੇਂ ਤੀਰਥਾਂ ਤੇ ਜਾਵੇ, ਭਾਵੇਂ ਗੁਰੂ ਦੇ ਕੋਲ ਜਾਵੇ, ਉਹਦਾ ਕੋਈ ਮਨੋਰਥ ਸਿੱਧ ਨਹੀਂ ਹੋਣਾ। ਇੱਥੇ ਨਾ ਸੰਗਤ ਵਿੱਚ ਕਈ ਤਰ੍ਹਾਂ ਦੇ ਬੰਦੇ ਆਉਂਦੇ। ਉਹ ਕਿਵੇਂ ਦੇ? ਇੱਥੇ ਤਨ ਦੀ ਵੀ ਭੁੱਖ ਮਿਟਦੀ ਹੈ, ਮਨ ਦੀ ਵੀ ਮਿਟਦੀ, ਸਰੀਰ ਦੀ ਮਿਟਦੀ ਹੈ ਤੇ ਮਨ ਦੀ ਮਿਟਦੀ।
ਹੁਣ ਜਿਹੜਾ ਤਨ ਦੀ ਭੁੱਖ ਵਾਸਤੇ ਆਇਆ ਉਹ ਭੋਜਨ ਨੂੰ ਉਡੀਕਦਾ ਰਹੇਗਾ ਵੀ ਕਦੋਂ ਦਰਵਾਜ਼ਾ ਖੁੱਲੇ ਤੇ ਜਾਈਏ, ਕਦੋਂ ਸਮਾਪਤੀ ਹੋਵੇ, ਕਦੋਂ ਭੋਗ ਪਵੇ ਤੇ ਜਾ ਕੇ ਲੰਗਰ ਵੱਲ ਵੇਖੀ। ਇੱਕ ਮਨ ਦੀ ਭੁੱਖ ਲਈ ਆਇਆ, ਉਹਨੇ ਸਮਾਂ ਨਹੀਂ ਵੇਖਣਾ ਵੀ ਕਿੰਨਾ ਕੁ ਹੋ ਗਿਆ, ਉਹਨੇ ਕਦੇ ਵਿਚਾਰ ਨਹੀਂ ਵੇਖਣੀ ਸਮੇਂ ਦੀ ਵੀ ਹਾਂ ਕਿੰਨਾ ਕੁ ਹੋ ਗਿਆ। ਉਹ ਕਹਿੰਦਾ ਵੀ ਜਿੰਨਾ ਵੱਧ ਸਮਾਂ ਲੱਗੇ ਉਨਾ ਹੀ ਫਾਇਦਾ। ਤੇ ਕਈ ਸਮੇਂ ਬਾਅਦ ਹੀ ਵੇਖੀ ਜਾਂਦੇ ਨੇ ਕਦੋਂ ਹੋਏਗਾ, ਕਦੋਂ ਹੋਏਗਾ। ਸੋ ਇਹੋ ਜਿਹੇ ਸਿੱਖ ਕਹਿੰਦੇ ਗੁਰੂ ਦੇ ਦਰ ਤੇ ਨਹੀਂ ਪ੍ਰਵਾਨ, ਜਿਹੜੇ ਕਹਿਣ ਵੀ ਸਮਾਂ ਹੀ ਕਦੋਂ ਹੋ ਗਿਆ, ਕਦੋਂ ਮੁੱਕੇਗਾ, ਕਦੋਂ ਨਿਪਟਾਰਾ ਹੋਏਗਾ, ਕਦੋਂ ਭੋਗ ਪਵੇਗਾ, ਕਦੋਂ ਸਮਾਪਤੀ ਹੋਵੇਗੀ। ਹੁਣ ਇੱਥੇ ਗੁਰੂ ਨਾਨਕ ਸਾਹਿਬ ਦੀ ਗੱਲ ਜੋ ਇਤਿਹਾਸ ਵਿੱਚ ਹੀ ਲਿਖੀ, ਕਈ ਵਾਰੀ ਗੱਲ ਚੇਤਾ ਆ ਜਾਂਦੀ ਹੈ। ਕਲਯੁਗ ਆਇਆ ਨਾਨਕ ਦੇ ਕੋਲ, ਕਹਿੰਦਾ ਜੀ ਮੈਨੂੰ ਵੀ ਥਾਂ ਦੇ ਦਿਓ ਸੰਗਤ ਵਿੱਚ। ਕਹਿੰਦੇ ਜਿੰਨੀ ਦੇਰ ਸੰਗਤ ਹੋਵੇਗੀ ਨਾ ਓਨੀ ਦੇਰ ਤੈਨੂੰ ਕੋਈ ਥਾਂ ਨਹੀਂ, ਜਦੋਂ ਭੋਗ ਪੈ ਗਿਆ ਫਿਰ ਤੇਰੀ ਵਾਰੀ। ਤੇ ਜਦੋਂ ਭੋਗ ਪੈਂਦਾ ਫਿਰ ਆਪਾਂ ਨੂੰ ਪਤਾ ਹੀ ਵੀ ਕੀ ਹੁੰਦਾ, ਕਿਵੇਂ ਘੋਰ ਕਲਯੁਗ ਆ ਜਾਂਦਾ। ਸੋ ਇਹ ਇਤਿਹਾਸ ਦੀ ਨਾਲ ਸੰਬੰਧਿਤ ਵਿਚਾਰਾਂ ਨੇ ਜ਼ਰੂਰ, ਇਹਨਾਂ ਨੂੰ ਆਪਾਂ ਵੇਖਣਾ ਹੈ, ਵਾਚਣਾ ਹੈ ਤੇ ਗੁਰੂ ਸਾਹਿਬ ਦੀ ਗੱਲ ਵੀ ਸੁਣਨੀ। ਗੁਰੂ ਕੀ ਕਹਿ ਰਿਹਾ, ਜੇ ਬੈਠਣਾ ਇਕਾਗਰਤਾ ਦੇ ਨਾਲ ਬੈਠੋ, ਜਿੰਨਾ ਮਰਜ਼ੀ ਸਮਾਂ ਲੱਗੇ। ਉਹ ਜੇ ਵੱਧ ਲੱਗੇਗਾ ਵੱਧ ਸਵਾਦ ਸਫਲ ਹੋਣਗੇ, ਜੇ ਘੱਟ ਲੱਗੇਗਾ ਘੱਟ ਹੋਣਗੇ। ਜਿੰਨਾ ਕੁ ਸਮਾਂ ਨਿਰਧਾਰਿਤ ਹੈ ਉਹਨਾਂ ਕੁ ਸਮਾਂ ਤੇ ਬੈਠਣਾ ਹੀ ਹੈ। ਹੁਣ ਮਨ ਦੀ ਭੁੱਖ ਵਾਲੇ ਤੇ ਕਹਿਣਗੇ ਵੀ ਹੋਰ ਲੱਗ ਜੇ ਸਮਾਂ, ਹੋਰ ਲੱਗ ਜਾਏ। ਇਹ ਨਾ ਥੋੜੀ ਸਮੇਂ ਦੇ ਵਿੱਚ ਨਾ ਮਨ ਦੀ ਇਕਾਗਰਤਾ ਬੰਨਣੀ ਸ਼ੁਰੂ ਹੋ ਜਾਂਦੀ। ਥੋੜਾ ਸਮਾਂ ਵਧਾ ਕੇ ਨਾ ਫਿਰ ਜਿਹੜਾ ਮਨ ਹੈ ਨਾ ਹੌਲੀ ਇਕਾਗਰ ਹੋਣਾ ਸ਼ੁਰੂ ਹੋ ਜਾਂਦਾ। ਕਹਿੰਦੇ ਵੀ ਜਿਸ ਦੇ ਅੰਦਰ ਪ੍ਰੇਮ ਨਹੀਂ ਜਾਗਿਆ, ਭਾਵ ਨਹੀਂ ਜਾਗਿਆ, ਮੂਰਖ ਐਵੇਂ ਤੀਰਥਾਂ ਤੇ ਭਟਕਦਾ ਫਿਰਦਾ। ਪਹਿਲਾਂ ਭਾਵ ਰੱਖਣਾ ਜ਼ਰੂਰੀ ਹੈ, ਪ੍ਰੇਮ ਜਗਾਉਣਾ ਜ਼ਰੂਰੀ ਹੈ। ਪ੍ਰੇਮ ਜਾਗੇਗਾ ਫਿਰ ਹੀ ਕਿਸੇ ਤੀਰਥ ਤੇ ਕਿਸੇ ਸਥਾਨ ਤੇ ਜਾ ਕੇ ਕੋਈ ਗੱਲ ਸੁਣੀ ਜਾਏਗੀ, ਸੁਣ ਕੇ ਉਹਦਾ ਲਾਭ ਲਿਆ ਜਾਵੇਗਾ ਜੀ। ਕੀਰਤਨ ਭਜਨ ਗੰਗ ਜਲ ਧਾਰ, ਸੋਈ ਮੁਕਤ ਜੋ ਭਜੈ ਮਰਾਰ। ਕਹਿੰਦੇ ਵੀ ਕੀਰਤਨ ਔਰ ਭਜਨ ਜੋ ਹੈ ਗੰਗਾ ਜਲ ਦੀ ਧਾਰ ਦੇ ਸਮਾਨ ਹੈ। ਤੇ ਪ੍ਰਭੂ ਦਾ ਜਿਹੜਾ ਸਿਮਰਨ ਹੈ, ਜਿਹੜਾ ਮਨ ਕਰਕੇ ਸਿਮਰਨ ਕਰਦਾ ਉਹ ਮੁਕਤੀ ਦਾ ਦਵਾਰ। ਕਹਿੰਦੇ ਜਿਹੜਾ ਘਰੇ ਬੈਠੇ ਵੀ ਜਪ ਤਪ ਕਰਦਾ ਨਾ, ਜਿਹਦਾ ਨਾਲ ਦੇ ਨੂੰ ਹੀ ਨਹੀਂ ਪਤਾ ਵੀ ਹਾਂ ਉਹਨੇ ਜਪ ਕੀਤਾ ਕਿ ਨਹੀਂ ਕੀਤਾ। ਸੰਗਤ ਜੀ ਬੜੇ ਨੇ ਐਸੇ ਬ੍ਰਹਮ ਗਿਆਨੀ, ਬੜੇ ਹੋਣਗੇ ਜਿਨ੍ਹਾਂ ਦੀ ਗਿਣਤੀ ਵੀ ਨਹੀਂ, ਜਿਨ੍ਹਾਂ ਦਾ ਪਤਾ ਵੀ ਨਹੀਂ ਵੀ ਕਿੱਥੇ ਬੈਠ ਕੇ ਕਿੰਨਾ ਉਹ ਜਪ ਤਪ ਕਰਦੇ ਨੇ, ਕਿੰਨੀ ਉਹ ਸਾਧਨਾ ਕਰਦੇ ਨੇ। ਪਰ ਸਵੇਰ ਹੁੰਦੇ ਸਾਰ ਉਹ ਬਿਲਕੁਲ ਸਾਧਾਰਨ ਆਪਣੇ ਲੋਕਾਂ ਦੇ ਵਿੱਚ ਵਿਚਰਦੇ ਨੇ, ਜਿਵੇਂ ਉਹਨਾਂ ਨੇ ਕੁਝ ਕੀਤਾ ਹੀ ਨਹੀਂ ਹੁੰਦਾ। ਸੋ ਜਪਤਾ ਵੀ ਏਦਾਂ ਕਿਸੇ ਨੂੰ ਪਤਾ ਨਾ ਲੱਗੇ, ਕਿਸੇ ਨੂੰ ਦੱਸਿਆ ਨਾ ਜਾਵੇ। ਸੋ ਜਿਹੜਾ ਦੱਸ ਕੇ ਕਰੇਗਾ ਉਹਦੀ ਕੋਈ ਮੁਕਤੀ ਨਹੀਂ ਹੋਣੀ। ਸਿਮਰਨ ਬੰਦਗੀ ਤੇ ਮੁਕਤੀ ਦਾ ਜ਼ਰੀਆ ਹੈ ਜੀ। ਐਮ ਸਿੱਖਾਂ ਨਾਲ ਸੋ ਪ੍ਰਥਮ ਪ੍ਰਸੰਗ, ਕਰਿਓ ਸੁਨਾਵਨਾ ਚਿਤ ਹਿਤ ਸੰਗ। ਇਸ ਪ੍ਰਕਾਰ ਸਿੱਖਾਂ ਦਾ ਇਹ ਪ੍ਰਸੰਗ ਸਤਿਗੁਰਾਂ ਨੇ ਬੜੇ ਪਿਆਰ ਨਾਲ ਸੁਣਾਇਆ ਤੇ ਗੁਰੂ ਕੇ ਸਿੱਖਾਂ ਨੇ ਬੜੇ ਪਿਆਰ ਦੇ ਨਾਲ ਇਹ ਪ੍ਰਸੰਗ ਸਰਵਣ ਕੀਤਾ। ਦੀਪ ਸਿੰਘ ਹੋਏ ਅਵਤਾਰਾ, ਕੂੜੇ ਘਰ ਸੀ ਰਾਸ। ਦੀਪ ਸਿੰਘ ਦਾ ਅਵਤਾਰ ਹੋਏਗਾ ਜਿਹੜਾ ਸਾਰੇ ਮਜ਼੍ਹਬਾਂ ਨੂੰ ਕੂੜਾ ਕਰੇਗਾ ਜੀ। ਸਿੱਖ ਹਮਾਰੇ ਅਮਰ ਸਦ, ਤਿਨ ਕੀ ਕਰੀ ਪ੍ਰਕਾਸ਼। ਸਿੱਖ ਸਦਾ ਸਾਡੇ ਅਮਰ ਰਹਿਣਗੇ, ਇਹਨਾਂ ਦਾ ਉਹ ਪ੍ਰਕਾਸ਼ ਵੀ ਕਰੇਗਾ ਜੀ। ਏਕ ਵੇਰ ਸਤਿਗੁਰ ਕਹਿਓ, ਕਲ ਮੈਂ ਸਿੱਖੀ ਮੋਰ। ਸਤਿਗੁਰਾਂ ਨੇ ਇੱਕ ਵਾਰੀ ਬਚਨ ਕਿਹਾ ਕਿ ਕਲਯੁਗ ਦੇ ਵਿੱਚ ਵੀ ਮੇਰੀ ਸਿੱਖੀ ਦਾ ਪ੍ਰਭਾਵ ਪੂਰਨ ਰੂਪ ਵਿੱਚ ਹੋਵੇਗਾ ਜੀ। ਧਰਮ ਕਮਾਵੇ ਬੱਚੇ ਸੋ, ਸਿਰਕ ਬਿਨਾ ਸਭ ਖੋਰ। ਧਰਮ ਦੀ ਕਮਾਈ ਕਰੇਗਾ ਜਿਹੜਾ ਉਹ ਬਚੇਗਾ, ਬਾਕੀ ਸਿਦਕ ਬਗੈਰ ਖੋਰੀ ਵਾਂਗ ਸਭ ਕੁਝ ਤੁੱਛ ਹੀ ਹੈ। ਜਿਹਦੇ ਪੱਲੇ ਸਿਦਕ ਨਹੀਂ, ਭਾਵ ਨਹੀਂ,
ਖੋਰੀ ਕਹਿੰਦੇ ਨੇ ਵੀ ਉਹਦਾ ਜੇ ਕੋਈ ਜਪਤਾ ਵੀ ਕੀਤਾ ਹੋਇਆ ਨਾ ਉਹ ਖੁਰ ਜਾਏਗਾ। ਜਿਹੜਾ ਵਡਿਆ ਵਡਿਆ ਕੇ ਦੱਸਦਾ ਹੈ ਨਾ ਸਾਰਿਆਂ ਨੂੰ ਕਿ ਮੈਂ ਇਹ ਕਰਤਾ, ਮੈਂ ਏਦਾਂ ਕਰਤਾ, ਮੈਂ ਉਹ ਕਰ ਦਿਆਂਗਾ, ਇੱਥੇ ਖੋਰੀ ਕਿਹਾ ਵੀ ਖੁਰ ਜਾਏਗਾ, ਵੀ ਖਤਮ ਤਾਂ ਨਹੀਂ ਹੁੰਦਾ ਪਰ ਖੁਰ ਜਾਏਗਾ, ਥੋੜਾ ਜਿਹਾ ਘਟ ਜਾਏਗਾ, ਬਿਨਾਂ ਦੱਸੇ ਤੋਂ ਕਰੋ ਉਹਦੇ ਵਿੱਚ ਹਮੇਸ਼ਾ ਵਾਧਾ ਹੋਏਗਾ। ਕਹਿੰਦੇ ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੇ ਵਾਧੂ ਜਾਈ, ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਇਹ ਤੇ ਇਹੋ ਜਿਹਾ ਖਜ਼ਾਨਾ ਖੋਲ ਕੇ ਰੱਖਿਆ ਸਾਡੇ ਸਾਹਮਣੇ ਕਿ ਜਿਹੜਾ ਪੜ੍ਹੇਗਾ ਮਨ ਚਿਤ ਲਾ ਕੇ ਉਹਦਾ ਜ਼ਰੂਰ ਪਾਰ ਉਤਾਰਾ ਹੋਵੇਗਾ ਜੀ। ਸਿੱਖ ਬਹੁਤ ਹੈ। ਕਹਿੰਦੇ ਭੰਗਾਣੀ ਦੇ ਰਣ ਖੇਤਰ ਵਿੱਚ ਵੀ ਆਪਾਂ ਵੇਖਿਆ ਬਹੁਤ ਸਿੱਖਾਂ ਨੇ ਜੰਗ ਲੜਿਆ, ਬਹੁਤ ਸਨਮੁਖ ਹੋ ਕਰਕੇ ਲੜੇ, ਬੜੇ ਬੜੇ ਤਗੜੇ ਵਾਰ ਉਹਨਾਂ ਨੇ ਆਪਣੇ ਤਨ ਤੇ ਸਹਾਰੇ ਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਉੱਥੋਂ ਆ ਕੇ ਅਸੀਂ ਵੀ ਫਿਰ ਮਾਖੋਵਾਲ ਆਨੰਦਪੁਰ ਵਿੱਚ ਬਹੁਤ ਸਾਰੇ ਸੁੱਖ ਭੋਗੇ ਨੇ। ਆਨੰਦਪੁਰ ਸਾਹਿਬ ਦਾ ਪਹਿਲਾ ਨਾਮ ਜਿਹੜਾ ਨਾ ਉਹ ਮਾਖੋਵਾਲ, ਫਿਰ ਬਾਅਦ ਵਿੱਚ ਨਾਂ ਰੱਖਿਆ ਚੱਕ ਨਾਨਕੀ। ਨਾਨਕੀ ਜਿਹੜੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਤਨੀ ਸੀ ਤੇ ਤੇਗ ਬਹਾਦਰ ਗੁਰੂ ਪਾਤਸ਼ਾਹ ਜੀ ਦੀ ਮਾਤਾ ਸੀ। ਇਸ ਕਰਕੇ ਮਾਖੋਵਾਲ ਦਾ ਨਾਮ ਰੱਖਿਆ ਚੱਕ ਨਾਨਕੀ। ਫਿਰ ਇਸ ਸਥਾਨ ਨੂੰ ਪਹਾੜਾਂ ਤੇ ਹੋਣ ਕਰਕੇ, ਰਮਣੀਕ ਸਥਾਨ ਹੋਣ ਕਰਕੇ ਇਹਨੂੰ ਫਿਰ ਪਹਿਲਾਂ ਆਨੰਦਾਂ ਦੀ ਪੁਰੀ ਕਿਹਾ ਜਾਂਦਾ ਸੀ ਵੀ ਇੱਥੇ ਆਨੰਦ ਬੜਾ ਮਿਲਦਾ। ਫਿਰ ਹੌਲੀ ਹੌਲੀ ਕਰਕੇ ਆਨੰਦਪੁਰ ਨਾਮ ਇਹਦਾ ਪ੍ਰਚਲਿਤ ਹੋਇਆ ਜੀ। ਗਏ ਪਹਾੜੀ ਭਾਜ, ਪਹਿਲਾਂ ਭੰਗਾਣੀ ਦਾ ਯੁੱਧ ਹੋਇਆ, ਬੜੇ ਸਿੰਘ ਜੂਝੇ, ਵਾਰ ਉਹਨਾਂ ਨੇ ਤਨ ਤੇ ਸਹਾਰੇ ਲੋਹੇ ਨਾਲ ਲੋਹਾ ਟਕਰਾਇਆ, ਸ਼ਹਾਦਤਾਂ ਪ੍ਰਾਪਤ ਕੀਤੀਆਂ। ਫਿਰ ਦੂਜਾ ਉਹਨਾਂ ਸਾਰਿਆਂ ਨੇ ਮਿਲ ਕੇ ਨੰਦਾਉਣ ਦਾ ਜੰਗ ਕੀਤਾ। ਉਸ ਨੰਦਾਉਣ ਦੇ ਜੰਗ ਵਿੱਚ ਸਿੰਘਾਂ ਨੇ ਪਹਾੜੀਆਂ ਨੂੰ ਭਾਜੜਾਂ ਪਾਈਆਂ ਸਨ। ਉਸ ਦੇ ਨਾਲ ਆਏ ਕਾਂਗੜੇ, ਜੰਮੂ ਦੇ ਪਹਾੜੀ ਵੀ ਭੱਜ ਗਏ। ਬਾਅਦ ਵਿੱਚ ਲਾਹੌਰ ਤੋਂ ਤੁਰਕ ਵੀ ਆਏ। ਔਰੰਗਜ਼ੇਬ ਦੀ ਗੁਲਾਮੀ ਵਿੱਚ ਰਚੇ ਹੋਏ ਬੜੇ ਯੋਧੇ ਸੂਰਬੀਰ ਉੱਥੇ ਲੜਨ ਵਾਸਤੇ ਆਏ ਨੇ। ਸਾਰੇ ਸਿੰਘਾਂ ਨੇ ਉਹਨਾਂ ਦਾ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਰਣ ਤੱਤੇ ਦੇ ਵਿੱਚ ਟਿਕਣ ਨਹੀਂ ਦਿੱਤਾ, ਉਹਨਾਂ ਨੂੰ ਉੱਥੋਂ ਭਾਜੜਾਂ ਪਾਈਆਂ ਜੀ। ਰਾਜੇ ਆਪ ਮਹਿ ਮਰਿਓ ਤੁਰਕ ਸਰਦਾਰ, ਪਹਾੜੀ ਰਾਜਿਆਂ ਵਿੱਚ ਆਪਸ ਵਿੱਚ ਫੁੱਟ ਪੈ ਗਈ ਸੀ। ਤੁਰਕ ਸਰਦਾਰ ਉਹ ਸੈਨੀ ਜਿਹੜਾ ਸੀ ਉਹਨਾਂ ਦਾ ਉਹ ਮਾਰਿਆ ਗਿਆ ਸੀ। ਨੰਦਾਉਣ ਦੇ ਜੰਗ ਦਾ ਸਤਿਗੁਰੂ ਜੀ ਜ਼ਿਕਰ ਕਰਦੇ ਹਨ ਜੀ। ਸੋ ਮਾਰੇ ਕਰਤਾਰ, ਸਾਨੂੰ ਕਿਹਨੇ ਰੱਖਿਆ? ਸਾਨੂੰ ਤੇ ਕਰਤਾਰ ਨੇ ਆਪਣਾ ਹੱਥ ਦੇ ਕੇ ਰੱਖਿਆ। ਉਹਨਾਂ ਨੂੰ ਮਾਰ ਪਈ ਤੇ ਸਾਨੂੰ ਸਾਡੇ ਕਰਤਾਰ ਨੇ, ਅਕਾਲ ਪੁਰਖ ਨੇ ਬਚਾਉਣਾ ਕੀਤਾ। ਲਖਨਊ ਕੇ ਗੁਮ ਪਰ ਪੈ ਯੁੱਧ ਸਭ ਸੁਧ, ਲਖਨਊ ਤੇ ਅਗਮਪੁਰ ਵਿੱਚ ਬੜੇ ਵੱਡੇ ਵੱਡੇ ਯੁੱਧ ਹੋਏ ਜਿਨ੍ਹਾਂ ਬਾਰੇ ਤੁਸੀਂ ਸਾਰੇ ਜਾਣਦੇ ਹੋ। ਉਹਦੇ ਵਿੱਚ ਵੀ ਖਾਲਸੇ ਨੇ ਬੜੀ ਸੂਰਮ ਗਤੀ ਵਿਖਾਈ ਜੀ। ਫੌਜ ਚੜ ਮਾਰੇ ਤੁਰਕਨ ਬ੍ਰਿਧ, ਦਿੱਲੀ ਤੋਂ ਬਾਦਸ਼ਾਹ ਔਰੰਗਜ਼ੇਬ ਨੇ ਕਈ ਵਾਰੀ ਫੌਜਾਂ ਭੇਜੀਆਂ, ਸੈਨਾਵਾਂ ਭੇਜੀਆਂ। ਸਿੰਘੋ ਤੁਸੀਂ ਉਹਨਾਂ ਤੁਰਕਾਂ ਨੂੰ ਹਮੇਸ਼ਾ ਮਾਰਿਆ, ਹਮੇਸ਼ਾ ਉਹਨਾਂ ਨੂੰ ਸਜ਼ਾ ਦਿੱਤੀ ਹੈ। ਇਹ ਤੁਹਾਡੀ ਸੂਰਮ ਗਤੀ ਦੀ ਨਿਸ਼ਾਨੀ ਹੈ। ਬੜੇ ਯੁੱਧ ਕਰ ਖਾਲਸਾ ਜਿੱਤੇ ਸ਼ਤਰੂਦਾਰ, ਬੜੇ ਬੜੇ ਵੱਡੇ ਤੁਸੀਂ ਯੁੱਧ ਕੀਤੇ ਨੇ, ਬੜੇ ਸ਼ਤਰੂਆਂ ਨੂੰ ਜਿੱਤ ਪ੍ਰਾਪਤ ਕਰਕੇ ਉਹਨਾਂ ਨੂੰ ਖਦੇੜਨਾ ਕੀਤਾ। ਖਾਲਸਾ ਕੁਲ ਨਾਸ਼ ਕਰ ਸੀਸ ਦਿਏ ਧਰਮਕਾਰ, ਕਹਿੰਦੇ ਧਰਮ ਵਾਸਤੇ ਸੀਸ ਦਿੱਤੇ ਨੇ, ਵੈਰੀਆਂ ਨਾਲ ਯੁੱਧ ਕੀਤਾ
ਤੇ ਵੈਰੀਆਂ ਦਾ ਹਮੇਸ਼ਾ ਤੁਸੀਂ ਕੱਟੜਤਾਈ ਦੇ ਨਾਲ ਨਾਸ਼ ਕੀਤਾ ਜੀ। ਅਬ ਵੀ ਮਲੇਛੀ ਬਹੁਤ ਬਣੀ ਸਿੰਘ ਖਪਾਵੇਂ ਵੀਰ। ਹੁਣ ਵੀ ਮਲੇਸ਼ੀ ਬਹੁਤ ਵਧੀ ਹੈ। ਸਿੰਘ ਇਹਨਾਂ ਮਲੇਸ਼ਾਂ ਨੂੰ ਸੂਰਬੀਰ ਬਣ ਕੇ ਫੇਰ ਮਾਰ ਦੇਣਗੇ। ਕਈ ਵਾਰੀ ਆਉਂਦੇ ਨੇ ਇਹ ਸੁਰਮਿਓ, ਤੁਹਾਡੀ ਸੁਰਮ ਗਤੀ ਦੇ ਅੱਗੇ ਉਹ ਟਿਕਦੇ ਨਹੀਂ। ਹੁਣੇ ਵੀ ਜੰਗ ਹੋ ਕੇ ਹਟਿਆ, ਉਹਦੇ ਬਾਰੇ ਵੀ ਦੱਸਿਆ ਸਤਿਗੁਰਾਂ ਕਹਿੰਦੇ ਜਿੰਨੀ ਵਾਰੀ ਵੀ ਆਉਣਗੇ ਉਹ ਹਾਰ ਖਾ ਕੇ ਜਾਣਗੇ, ਕਿਉਂਕਿ ਤੁਹਾਡੇ ਵਿੱਚ ਸੂਰਮ ਗਤੀ ਹੈ, ਤੁਹਾਨੂੰ ਲੜਨ ਦਾ ਤਰੀਕਾ ਹੈ, ਤੁਸੀਂ ਸ਼ਹਾਦਤਾਂ ਪ੍ਰਾਪਤ ਕਰਦੇ ਹੋ, ਤੁਹਾਨੂੰ ਮਰਨ ਦਾ ਡਰ ਨਹੀਂ। ਉਹ ਤੇ ਮਰਨ ਤੋਂ ਹੀ ਡਰਦੇ ਨੇ। ਜਦੋਂ ਮਰਨ ਦੀ ਗੱਲ ਆਉਂਦੀ ਹੈ ਉਹ ਅੱਗੇ ਹੀ ਨਹੀਂ ਵਧਦੇ। ਭੀਮ ਚੰਦ ਉਹਨਾਂ ਦਾ ਬਿਲਕੁਲ ਪਿੱਛੇ ਹੀ ਖੜਾ ਰਹਿੰਦਾ, ਅੱਗੇ ਹੀ ਨਹੀਂ ਕਦੇ ਆਉਂਦਾ। ਪਤਾ ਉਹਨੂੰ ਸੂਰਮਿਆਂ ਦੀ ਸੂਰਮ ਗਤੀ ਦਾ। ਤੇ ਜਦੋਂ ਕੋਈ 2-4 ਉਹਨਾਂ ਦੇ ਐਲ ਕਰ ਮਰ ਜਾਂਦੇ ਨੇ ਫਿਰ ਉਦੋਂ ਦੌੜ ਜਾਂਦੇ ਨੇ। ਸੂਰਮਿਓ, ਬਹੁਤ ਤੁਹਾਡੇ ਉੱਤੇ ਮੈਨੂੰ ਨਾਜ਼ ਹੈ, ਤੁਸੀਂ ਬੜੇ ਯੁੱਧ ਜਿੱਤੇ ਨੇ ਤੇ ਆਪਣਾ ਸੀਸ ਹਮੇਸ਼ਾ ਧਰਮ ਲਈ ਬਲੀਦਾਨ ਕੀਤਾ ਜੀ। ਮੇਰੀ ਸਿੱਖਿਆ 7 ਲੱਖ ਨਾਹੀਂ ਭੁਲਾਵੋ ਧੀਰ। ਮੇਰੀ ਸਿੱਖਿਆ ਨੂੰ ਤੁਸੀਂ ਸਤ ਕਰਕੇ ਮੰਨਦੇ ਹੋ, ਧੀਰਜਵਾਨ ਮਨ ਕਰਕੇ ਧੀਰਜ ਰੱਖੋ, ਇਸ ਨੂੰ ਕਦੇ ਵੀ ਭੁਲਾਉਣਾ ਨਹੀਂ। ਸਿੱਖ ਹਮਾਰੇ ਹੋਣਗੇ ਘਰ ਘਰ ਹੋਏਗਾ ਰਾਜ। ਜਿਹੜੇ ਸਾਡੇ ਸਿੱਖ ਹੋਣਗੇ ਉਹਨਾਂ ਦਾ ਘਰ ਘਰ ਦੇ ਵਿੱਚ ਰਾਜ ਹੋਵੇਗਾ। ਜਿਹੜੇ ਸਾਡੇ ਸਿੱਖ ਹੋਣਗੇ ਉਹਨਾਂ ਦਾ ਰਾਜ ਇੱਥੇ ਤੱਕ ਹੀ ਸੀਮਿਤ ਨਹੀਂ, ਘਰ ਤੱਕ ਵੀ ਨਹੀਂ, ਪੂਰੇ ਸੰਸਾਰ ਦੇ ਵਿੱਚ ਕਹਿ ਲੋ ਉਸ ਖਾਲਸਾ ਪੰਥ ਦਾ ਰਾਜ ਹੋਵੇਗਾ ਜੀ। ਪਿੱਛੇ ਇੱਕ ਸਿੱਖ ਮਮ ਧਰੇ ਪੰਥ ਕੀ ਲਾਜ। ਬਾਅਦ ਵਿੱਚ ਮੇਰਾ ਇੱਕ ਸਿੱਖ, ਉਹ ਬਾਬਾ ਬੰਦਾ ਸਿੰਘ ਬਹਾਦਰ ਵੀ ਹੋ ਸਕਦਾ ਹੈ, ਮਹਾਰਾਜਾ ਰਣਜੀਤ ਸਿੰਘ ਵੀ ਹੋ ਸਕਦਾ ਹੈ। ਉਹਨਾਂ ਪਰਥਾਏ ਸਤਿਗੁਰਾਂ ਨੇ ਇਸ਼ਾਰਾ ਮਾਤਰ ਕਿਹਾ ਕਿ ਉਹ ਰਾਜ ਨੂੰ ਆ ਕੇ ਟਿਕਾਉਣਗੇ ਵੀ, ਸੰਭਾਲਣਗੇ ਵੀ, ਸਿੱਖਾਂ ਨੂੰ ਪੁਨः ਸੁਰਜੀਤ ਵੀ ਕਰਨਗੇ, ਇੱਕਦਮ ਉਹਨਾਂ ਨੂੰ ਆਪਣੇ ਪੱਕੇ ਪੈਰੀ ਕਰਨਗੇ ਜੀ। ਬਹੁਤ ਫਰਕ ਕੀਤਾ ਲੜਤ ਸਭ ਸਿੱਖਣ ਕੋ ਭੂਪ। ਜਦ ਲੜਦਿਆਂ ਬਹੁਤ ਸਾਲ ਬਤੀਤ ਹੋ ਜਾਣਗੇ, ਬੜੇ ਸਾਲ ਲੰਘ ਜਾਣਗੇ, ਫਿਰ ਖਾਲਸਿਓ ਤੁਹਾਡਾ ਵੀ ਰਾਜ ਇਸ ਧਰਤੀ ਤੇ ਕਾਇਮ ਹੋਵੇਗਾ। ਜਵਾਨ ਰਾਜੇ ਅਦਕ ਹੋਵੇ ਖਾਲਸਾ ਰੂਪ। ਤੇ ਕਹਿੰਦੇ ਖਾਲਸੇ ਦੇ ਵਿੱਚ ਬੜੇ ਤੇਜਵਾਨ ਰਾਜੇ ਹੋਣਗੇ, ਤੇਜ ਪ੍ਰਤਾਪੀ ਰਾਜੇ ਹੋਣਗੇ। ਉਹਨਾਂ ਦਾ ਤੇਜ ਪ੍ਰਤਾਪ ਪੂਰੇ ਸੰਸਾਰ ਵਿੱਚ ਜਾਣਿਆ ਜਾਏਗਾ ਤੇ ਸਾਰੇ ਹੀ ਉਹਨਾਂ ਦੇ ਤੇਜਵਾਨ ਦੇ ਅੱਗੇ ਆਪਣਾ ਸੀਸ ਝੁਕਾਵਣਗੇ। ਫਿਰ ਪਿੱਛੇ ਬਹੁਤ ਦਿਨਾਂ ਤੇ ਰਾਜ ਖਾਲਸਾ ਠਹਿਰੋ। ਫਿਰ ਬਾਅਦ ਵਿੱਚ ਕੁਝ ਦਿਨਾਂ ਤੱਕ ਖਾਲਸੇ ਦਾ ਰਾਜ ਇਸ ਧਰਤੀ ਤੇ, ਜਾਂ ਕਹਿ ਲੋ ਹਿੰਦੁਸਤਾਨ ਦੀ ਧਰਤੀ ਤੇ ਠਹਿਰ ਜਾਏਗਾ ਜੀ। ਜੀਤੇ ਪਰਵਤੀ ਉਹਨ ਕਸ਼ਮੀਰ ਜੋ ਸ਼ਹਿਰ। ਸਰਹੱਦੀ ਪੱਛਮੀ ਇਲਾਕੇ, ਪਹਾੜ ਦੇ ਇਲਾਕੇ, ਕਸ਼ਮੀਰ ਤੱਕ ਤੁਸੀਂ ਸਭ ਕੁਝ ਜਿੱਤ ਲੈਣਾ ਹੈ ਖਾਲਸਾ ਫੌਜ। ਇੱਕ ਦਿਨ ਤੁਹਾਡਾ ਪਰਚਮ ਬੜਾ ਗਹਿਰਾ ਲਹਿਰਾਉਣਾ ਹੈ ਜੀ। ਹੁਕਮੀ ਸਿਖਰ ਪਰਵਤੀ ਕਰੈ ਖਾਲਸਾ ਦਰੋਹ। ਮੇਰੇ ਇੱਕ ਸਿੱਖ ਜਿਸ ਨੂੰ ਹੁਕਮ ਹਾਸਲ ਪ੍ਰਾਪਤ ਹੋਵੇਗਾ, ਉਹ ਨਾਲ ਖਾਲਸਾ ਬਹੁਤ ਵੈਰ, ਖਾਲਸਾ ਜਿਹੜਾ ਨਾ ਹਮੇਸ਼ਾ ਨਿਰਵੈਰ ਰਹੇਗਾ। ਉਹਦੇ ਨਾਲ ਜਿਹੜਾ ਵੈਰ ਕਰੇਗਾ ਉਹਦਾ ਉਹ ਮੁਕਾਬਲਾ ਜ਼ਰੂਰ ਕਰਨਗੇ ਜੀ। ਮਾਰ ਮਾਰ ਕਰ ਮਰੈ ਤੋ ਜਿਉ ਉੱਲੇ ਕੋ ਗੋਹ। ਕਹਿੰਦੇ ਬੜਿਆਂ ਨੂੰ ਮਾਰ ਮਾਰ ਕੇ ਅਖੀਰ ਉਹ ਮਰੇਗਾ, ਗੜਿਆਂ ਦੇ ਢੇਰ ਵਾਂਗ ਉਹ ਜਾਏਗਾ ਜੀ। ਜਿਉ ਹੀਰਾ ਨੂਤਨ ਮੁਕਤ ਲਸੈ ਦੀਪ ਕੀ ਕ੍ਰਾਂਤ। ਜਿਵੇਂ ਹੀਰਾ ਬਹੁਤ ਚਮਕਦਾਰ ਹੁੰਦਾ, ਬੜੀ ਰੋਸ਼ਨੀ ਹੁੰਦੀ ਹੈ, ਇਸ ਦੁਸ਼ਕੂਟ ਦਾ ਅਰਥ ਸਿੱਖਾਂ ਨੇ ਪੁੱਛਿਆ ਗਿਆ। ਕਹਿੰਦੇ ਉਹ ਬੜਾ ਰੋਸ਼ਨ ਹੀਰੇ ਵਾਂਗ ਚਮਕੇਗਾ ਜੀ। ਕੂਟ ਅਰਥ ਸਿੱਖਣ ਵਰਜ ਆਪ ਮੈਂ ਸ਼ਾਂਤ। ਇਸ ਦੁਸ਼ਕੂਟ ਦਾ ਅਰਥ
ਜੋ ਸਿੱਖਾਂ ਨੇ ਪੁੱਛਿਆ ਪਰ ਸਤਿਗੁਰਾਂ ਨੇ ਵਰਜਿਆ ਕਿ ਸ਼ਾਂਤ ਰਹੋ। ਇਹ ਖਾਲਸਾ ਰਾਜ ਦੇ ਵਿੱਚ ਬੜੇ ਹੀਰੇ, ਬੜੇ ਬੜੇ ਯੋਧੇ, ਬੜੇ ਬੜੇ ਸੂਰਬੀਰ ਯੋਧੇ, ਜਿਵੇਂ ਕਹਿ ਲਓ ਮਹਾਰਾਜਾ ਰਣਜੀਤ ਸਿੰਘ ਵਰਗੇ, ਔਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਇੱਥੇ ਆ ਕੇ ਰਾਜ ਕਰਨਗੇ। ਸਤਿਗੁਰਾਂ ਨੇ ਸੰਕੇਤ ਕੀਤਾ, ਪਰ ਥਾਂ ਨਾਲ ਦੱਸਿਆ ਹੈ ਕਿ ਧਿਆਨ ਸਿੰਘ ਵਰਗੀ, ਹੀਰਾ ਸਿੰਘ ਵਰਗੇ ਜਿਹੜੇ ਡੋਗਰੇ ਹੋਣਗੇ ਉਹ ਰਣਜੀਤ ਸਿੰਘ ਨੂੰ ਮਰਵਾ ਕੇ ਆਪ ਤਖਤ ਮੱਲ ਬੈਠਣਗੇ, ਪਰ ਉਹਨਾਂ ਨੂੰ ਵੀ ਜ਼ਿਆਦਾ ਦੇਰ ਰਾਜ ਨਹੀਂ ਮਿਲੇਗਾ। ਅੰਗਰੇਜ਼ ਫਿਰ ਉਹਨਾਂ ਸਾਰਿਆਂ ਦੇ ਉੱਤੇ ਕਬਜ਼ਾ ਕਰ ਲੈਣਗੇ ਜੀ। ਭਾਖੈ ਰਾਮ ਕੋਇਰ ਕਥ ਭਾਈ, ਦ੍ਰਿਸ਼ਟ ਕੂਟ ਜਬ ਸ੍ਰੀ ਮੁਖ ਗਾਈ। ਰਾਮ ਕੋਇਰ ਨੇ ਫਿਰ ਇਹ ਕਥਾ ਵਿਚਾਰ ਨਹੀਂ ਕੀਤੀ ਜਦੋਂ ਗੁਰੂ ਪਾਤਸ਼ਾਹ ਜੀ ਨੇ ਆਪਣੇ ਮੁਖ ਤੋਂ ਦ੍ਰਿਸ਼ਟਕੂਟ ਦੀ ਗੱਲ ਕਹੀ ਜੀ। ਮੈਂ ਦਾ ਭਾਖਿਓ ਪੰਥ ਮਝਾਰੀ, ਹੋਏ ਖਾਲਸਾ ਮੈਂ ਅਵਤਾਰੀ। ਕਹਿੰਦੇ ਤਾਂ ਮੈਂ ਪੰਥ ਵਿੱਚ ਗਿਆ, ਖਾਲਸੇ ਵਿੱਚ ਇਹ ਅਵਤਾਰ ਕਿਵੇਂ ਹੋਵੇਗਾ ਜੀ। ਨੇ ਕਹਿ ਕਰ ਬੋਲੇ ਨਾਹੀ, ਪਰਜੇ ਛਾਤਰ ਲੋਕਨ ਮਾਹੀ। ਇੰਨਾ ਕਹਿ ਕੇ ਫਿਰ ਨਹੀਂ ਬੋਲੇ ਤੇ ਆਪਣੇ ਸ਼ਸਤਰਾਂ ਵੱਲ ਸਤਿਗੁਰੂ ਜੀ ਵੇਖਣ ਲੱਗ ਪਏ। ਆਲਮ ਸਿੰਘ ਕੇ ਦੇਸਤਾ ਹੀਰ, ਚਾਰ ਘੜੀ ਮੈਂ ਬੋਲੇ ਫੇਰ। ਫਿਰ ਆਲਮ ਸਿੰਘ ਵੱਲ ਵੇਖਿਆ ਤੇ 4 ਘੜੀਆਂ ਰੁਕਣ ਤੋਂ ਬਾਅਦ ਫਿਰ ਸਤਿਗੁਰੂ ਜੀ ਬੋਲੇ, ਕਿਉਂਕਿ ਦ੍ਰਿਸ਼ਟਕੂਟ, ਦ੍ਰਿਸ਼ਟਕੂਟ ਦਾ ਮਤਲਬ ਹੈ ਵੀ ਜਿਹੜੇ ਦੋਗਲੇ ਬੰਦੇ ਨੇ, ਕਿਉਂਕਿ ਦ੍ਰਿਸ਼ਟਕੂਟ ਦੀ ਗੱਲ ਆਈ। ਹਰੇਕ ਸਮੇਂ, ਹਰੇਕ ਤੁਹਾਡੇ ਰਾਜ ਭਾਗ ਦੇ ਦ੍ਰਿਸ਼ਟਕੂਟ ਹੋਣਗੇ। ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਸਮੇਂ ਤਤ ਖਾਲਸਾ, ਬੰਦਈ ਖਾਲਸਾ ਹੋਵੇ, ਰਣਜੀਤ ਸਿੰਘ ਦੇ ਰਾਜ ਸਮੇਂ ਇਹ ਡੋਗਰੇ ਹੋਣਗੇ। ਹੋਰ ਅਨੇਕਾਂ ਰਾਜਾਂ ਦੇ ਵਿੱਚ ਜਿੱਥੇ ਜਿੱਥੇ ਖਾਲਸਾ ਰਾਜ ਕਰੇਗਾ, ਮਿਸਲਾਂ ਦਾ ਰਾਜ ਜਦੋਂ ਆਏਗਾ ਉਹਦੇ ਵਿੱਚ ਸਿੱਖ ਜਿਹੜੇ ਨੇ ਉਹ ਕੋਈ ਲੁੱਟ ਖਸੁੱਟ ਕਰਨ ਵਾਲੇ ਵੀ ਹੋਣਗੇ, ਜਿਨ੍ਹਾਂ ਦੇ ਕਰਕੇ ਸਿੱਖਾਂ ਦੀ ਕਈ ਵਾਰੀ ਉੱਥੇ ਬਦਨਾਮੀ ਵੀ ਹੋਇਆ ਕਰੇਗੀ। ਪਰ ਜ਼ਿਆਦਾ ਪਰਉਪਕਾਰੀ ਹੋਣ ਕਰਕੇ ਇਹ ਦ੍ਰਿਸ਼ਟਕੂਟ ਜਿਹੜੇ ਨੇ ਇਹ ਜ਼ਿਆਦਾ ਦੇਰ ਨਹੀਂ ਟਿਕ ਸਕਣਗੇ। ਸੋ ਗੁਰੂ ਸਾਹਿਬ ਇਸ ਕਰਕੇ ਕਹਿਣ ਲੱਗੇ ਨੇ 4 ਘੜੀਆਂ ਰੁਕ ਕੇ ਫਿਰ ਆਲਮ ਸਿੰਘ ਵੱਲ ਵੇਖਿਆ ਤੇ ਸਤਿਗੁਰੂ ਜੀ ਬੋਲਣ ਲੱਗੇ, ਇਹ ਮੁਕਤੇ ਮੁਸਕਾਏ ਕਹੈ ਕਰਨਾ ਦ੍ਰਿਸ਼ਟ ਨਿਹਾਰ। ਸਤਿਗੁਰਾਂ ਨੇ ਫਿਰ ਕਰਨਾ ਦ੍ਰਿਸ਼ਟੀ ਕੀਤੀ ਤੇ ਮੁਸਕਰਾ ਕਰਕੇ ਸਤਿਗੁਰੂ ਜੀ ਪੁਕਾਰਨ ਲੱਗੇ, ਆਲਮ ਸਿੰਘ ਰੰਗੜ ਬੜਾ ਤੂੰ ਹਮ ਪਿਖਿਓ ਵਿਚਾਰ। ਕਹਿੰਦੇ ਆਲਮ ਸਿੰਘ ਜੋ ਹੈ ਇਹਦੇ ਪਰਥਾ ਹੈ, ਕਹਿੰਦੇ ਅਸੀਂ ਵਿਚਾਰ ਕੇ ਦੇਖਿਆ ਹੈ ਕਿ ਤੂੰ ਵੱਡਾ ਰੰਗੜ ਹੈ ਜੀ। ਜੈ ਆਲਮ ਸਿੰਘ ਜੋੜ ਕਰ ਮੈਂ ਸਿਖਰਾਵਰ ਕੇਰ। ਆਲਮ ਸਿੰਘ ਹੱਥ ਜੋੜ ਕਰਕੇ ਸਤਿਗੁਰਾਂ ਨੂੰ ਕਹਿਣ ਲੱਗਿਆ, ਸਤਿਗੁਰੂ ਜੀ ਮੈਂ ਤੇ ਤੁਹਾਡਾ ਦਾਸ ਹਾਂ, ਮੈਂ ਤੇ ਤੁਹਾਡਾ ਸੇਵਕ ਹਾਂ ਚਰਨਾਂ ਦਾ, ਤੇ ਮੇਰੇ ਉੱਤੇ ਤੁਸੀਂ ਭਰੋਸਾ ਰੱਖੋ। ਮੈਨੂੰ ਐਵੇਂ ਨਾ ਕਹੋ ਮੈਂ ਕੋਈ ਵੀ ਇਸ ਤਰ੍ਹਾਂ ਦਾ ਕਰਮ ਨਹੀਂ ਕਰਾਂਗਾ ਜੋ ਦ੍ਰਿਸ਼ਟਕੂਟ ਵਿੱਚ ਹੋਵੇ, ਜਾਂ ਕਹਿ ਲਓ ਵੀ ਖਾਲਸੇ ਦੀ ਮੁਖਬਰੀ ਕਰਨ ਦੇ ਵਿੱਚ ਹੋਵੇ, ਜਾਂ ਇਉਂ ਕਹਿ ਲਓ ਕਿ ਮੈਂ ਦੋਗਲੀ ਨੀਤੀ ਨਹੀਂ ਅਪਣਾਵਾਂਗਾ ਜੀ। ਜਾਨੋ ਆਪਣੋ ਦਾਸ ਮੁਝ ਰੱਖੋ ਭਰੋਸ ਵਡੇਰ। ਮੈਨੂੰ ਆਪਣਾ ਵੱਡਾ ਦਾਸ ਸਮਝੋ ਤੇ ਮੇਰੇ ਤੇ ਪੂਰਨ ਭਰੋਸਾ ਰੱਖੋ ਜੀ। ਜੋ ਪਈ ਕਹਿਓ ਲੋਹ ਕੋ ਕੱਟ ਲੋਹਾ, ਰੰਗੜ ਕੋ ਰੰਗੜ ਹੱਥ ਰੋਹਾ। ਸਤਿਗੁਰਾਂ ਨੇ ਕਿਹਾ ਜਿਵੇਂ ਲੋਹੇ ਨੂੰ ਲੋਹੇ ਕੱਟਦੇ ਹਨ, ਰੰਗੜ ਨੂੰ ਰੰਗੜ ਕ੍ਰੋਧ ਧਾਰ ਕੇ ਹੀ ਮਾਰਦਾ ਹੈ ਜੀ। ਜਾਂ ਫੇਰ ਰੰਗੜ ਘਰ ਧਰੇ ਰਾਜੇ ਸਭ ਮੌਜੂਦ ਤੁਮ ਕਰੇ। ਫਿਰ ਤੂੰ ਰੰਗੜ ਦੇ ਘਰ ਜਨਮ ਲਵੇਂਗਾ ਔਰ ਸਾਰੇ ਰਾਜੇ ਤੂੰ ਆਪਣੇ ਅਧੀਨ ਕਰ ਲਵੇਂਗਾ। ਜਿਉ ਰਾਜ ਲੋਕੋ ਹਮ ਸਾਰਾ, ਸਿੱਖੀ ਅਰਧ ਦੇਈ ਹਿਤ ਧਾਰਾ। ਤੈਨੂੰ ਅਸੀਂ ਸਾਰਾ ਰਾਜ ਦੇ ਦਿੱਤਾ ਹੈ, ਹਿਤ ਧਾਰ ਕੇ ਤੈਨੂੰ ਅੱਧੀ ਸਿੱਖੀ ਵੀ ਦਿੱਤੀ ਹੈ ਜੀ। ਆਲਮ ਸਿੰਘ ਬੰਦ ਕਰ ਦੋਏ ਕਹਿਓ ਕਿ ਦਰਸ਼ਨ ਤੁਮ ਵੀ ਦਰਸ਼ਨ ਵੀ ਤੁਮ ਹੋਏ। ਆਲਮ ਸਿੰਘ ਹੱਥ ਜੋੜ ਕੇ ਕਹਿਣ ਲੱਗਾ, ਪਾਤਸ਼ਾਹ ਜੀ ਜੇ ਇਹ ਆਪ ਜੀ ਦੇ ਬਚਨ ਨੇ
ਤੇ ਉਹੀ ਮੈਨੂੰ ਮਨਜ਼ੂਰ ਨੇ ਤੇ ਬੰਦਨਾ ਕਰਕੇ ਨਮਸਕਾਰ ਕਰਕੇ ਆਪਣਾ ਸੀਸ ਸਤਿਗੁਰਾਂ ਦੇ ਹੁਕਮ ਅੱਗੇ ਝੁਕਾਉਣਾ ਕੀਤਾ। ਕਹਿਓ ਗੁਰੂ ਹਮ ਵੀ ਰੱਖਾਂ ਹਿਰਦੇ ਭਾਵਨੀ ਸੋਇ। ਸਤਿਗੁਰੂ ਜੀ ਅਸੀਂ ਫਿਰ ਵੀ ਜੇ ਬਚਨ ਤੁਸੀਂ ਕਹਿ ਰਹੇ ਹੋ ਮੰਨਾਂਗੇ, ਪਰ ਫਿਰ ਵੀ ਸਤਿਗੁਰੂ ਜੀ ਤੁਹਾਡੇ ਪਰਥਾਏ ਹਿਰਦੇ ਵਿੱਚ ਮੈਂ ਹਮੇਸ਼ਾ ਭਾਵਨੀ ਭੈ ਤੇ ਡਰ ਹੀ ਰੱਖਾਂਗਾ। ਅੰਮ੍ਰਿਤਸਰ ਪਹੁੰਚਦੇ ਰਾਮ ਸਰੋਵਰ ਜੋਏ। ਸ੍ਰੀ ਅੰਮ੍ਰਿਤਸਰ ਪਹੁੰਚੋਗੇ ਜਿੱਥੇ ਰਾਮ ਸਰੋਵਰ ਜਾਂ ਰਾਮਸਰ ਜਾਂ ਜਿਸ ਦੇ ਨਾਂ ਤੇ ਅੰਮ੍ਰਿਤਸਰ ਨਗਰ ਪ੍ਰਸਿੱਧ ਆ, ਉੱਥੇ ਤੁਸੀਂ ਪਹੁੰਚੋਗੇ। ਜਾ ਪਏ ਦੇਰ 11ਵੀਂ ਹਮ ਚਲੇ ਆਵੇਂ ਜਿਸਤੇ ਕੋਈ ਨਾ ਹਮ ਲਖ ਉਪਾਵੇਂ। ਕਹਿੰਦੇ 10 ਜਨਮ ਹੋ ਗਏ, 11ਵੀਂ ਵਾਰ ਫਿਰ ਅਸੀਂ ਚੱਲ ਕੇ ਆਵਾਂਗੇ, ਜਿਸ ਕਰਕੇ ਕੋਈ ਸਾਨੂੰ ਪਛਾਣ ਨਹੀਂ ਸਕੇਗਾ। ਖਾਲਸਾ ਖੇਤੀ ਮੇਰੀ ਕਰੋ ਸੰਭਾਲਣ ਮੈਂ ਕਿਸ ਦੇਰੀ। ਕਹਿੰਦੇ ਪੰਥ ਖਾਲਸਾ ਮੇਰੀ ਬੀਜੀ ਹੋਈ ਖੇਤੀ ਹੈ, ਤੇ ਜੇ ਖੇਤੀ ਨੂੰ ਸੰਭਾਲਣ ਵਾਲਾ ਕੋਈ ਨਾ ਹੋਵੇ ਤੇ ਉਹ ਖੇਤੀ ਉੱਜੜ ਜਾਂਦੀ ਹੈ, ਤੇ ਮੈਂ ਆਪਣੀ ਲਾਈ ਹੋਈ ਇਸ ਖੇਤੀ ਦੀ ਸੰਭਾਲ ਵੀ ਆਪ ਹੀ ਕਰਾਂਗਾ। ਦੋਹਰਾ ਬਦੈ ਰਾਜ ਚਿਤ ਸਿੰਘ ਗਾਨਾ ਉਮਤ ਹੋਏ ਵਿਨਾਸ਼। ਭੂਮੀ ਰਾਜ ਵਧੇਗਾ ਪਰ ਬਹੁਤ ਸਿੰਘ ਜਿਹੜਾ ਹੈ ਉਹ ਸਾਜੋ ਸਮਾਨ ਆਪਣਾ ਨਾਸ਼ ਕਰ ਬੈਠਣਗੇ। ਏਡੇ ਖਾਵੇ ਖਾਲਸਾ ਮੋਏ ਸੰਭਾਲੇ ਸਾਸ। ਖਾਲਸਾ ਠੇਡੇ ਖਾਵੇਗਾ ਫਿਰ ਮੈਂ ਉਹਨਾਂ ਨੂੰ ਸਵਾਸ ਸਵਾਸ ਸੰਭਾਲਾਂਗਾ। ਉਤਰੂੰਗਾ ਮੈਂ ਤਵੀ ਦਿਨ ਜਾ ਦਿਨ ਮੁਕਤੇ ਸਿੰਘ। ਉਸ ਦਿਨ ਮੈਂ ਉਤਰਾਂਗਾ ਜਿਸ ਦਿਨ ਮੁਕਤ ਸਿੰਘ, ਪਰ ਜਦੋਂ ਸਿੰਘ ਮੁਕਤ ਹੋਣਗੇ ਉਸ ਦਿਨ ਮੈਂ ਉਤਰਾਂਗਾ ਜੀ। ਕੂੜ ਕੂੜਾਰ ਮੂੜ ਨ੍ਰਿਪ ਜਾਏ ਖਪੈਂਗੇ ਪਿੰਗ। ਫੂੜ ਮੂਰਖ ਤੇ ਕਪਟੀ ਰਾਜੇ ਜੰਗ ਵਿੱਚ ਕਮਜ਼ੋਰ ਹੋ ਕੇ ਖੱਪ ਖੱਪ ਕੇ ਮਰਨਗੇ, ਤੇ ਉਦੋਂ ਫਿਰ ਖਾਲਸਾ ਜਦੋਂ ਪੁਕਾਰਿਆ ਕਰੇਗਾ ਉਦੋਂ ਮੈਂ ਹਾਜ਼ਰ ਹੋ ਜਾਵਾਂਗਾ। ਸਵੈ ਸੰਦੀ ਨਾਸ ਹੋਏ ਕੁੱਲ ਮੇਰੀ ਹੋਏ ਨਾਸ। ਸਰਹੰਦ ਦੇ ਵਾਸੀ ਸਾਰੇ ਤੁਰਕ ਨਾਸ਼ ਹੋ ਜਾਣਗੇ, ਮੇਰੀ ਕੁੱਲ ਵੀ ਉੱਥੇ ਉਹ ਨਾਸ਼ ਕਰਨਗੇ ਜੀ। ਜਿਉਂ ਜਾਦਵ ਲੈ ਕੇ ਕ੍ਰਿਸ਼ਨ ਕਾਟੋ ਕੁੱਲ ਜਿਮਕਾਸ। ਜਿਵੇਂ ਯਾਦਵਾਂ ਨੂੰ ਕ੍ਰਿਸ਼ਨ ਜੀ ਲੈ ਗਏ ਤੇ ਕੁੱਲ ਨੂੰ ਘਾਹ ਨਾਲ ਲੜਾ ਲੜਾ ਕੇ ਕਟਵਾ ਦਿੱਤਾ। ਪੰਜ ਸਿੱਖ ਸਰਦਾਰ ਮਾਮਾ ਕਿੰਨੇ ਕੂਟ ਬਖਾਨ। 5 ਸਿੰਘ ਮੇਰੇ ਸਰਦਾਰ ਹੋਣਗੇ, ਇਹ ਮੈਂ ਬੁਝਾਰਤ ਕਹੀ ਹੈ ਜਿਸ ਨੂੰ ਤੁਸੀਂ ਸਾਰਿਆਂ ਨੇ ਸਮਝਣਾ ਹੈ। ਗੁਰੂ ਸਾਹਿਬ ਨੇ ਬਿਲਕੁਲ ਸੰਕੇਤ ਕੀਤੇ ਨੇ ਕਿ ਜਿਹੜਾ ਵਜ਼ੀਰ ਖਾਂ ਸਰਹੰਦ ਦਾ ਸੂਬਾ, ਕਿਉਂਕਿ ਛੋਟੇ ਸਾਹਿਬਜ਼ਾਦੇ ਜਿਹੜੇ ਬਾਅਦ ਵਿੱਚ ਸ਼ਹੀਦ ਹੋਣਗੇ ਆਪਣੀ ਕੁੱਲ ਦਾ ਕਿਹਾ ਨਾ ਵਿਨਾਸ਼ ਉਹ ਕਰੇਗਾ, ਪਰ ਖਾਲਸਾ ਮਮ ਸੁਪੁੱਤਰ ਹੈ, ਮੇਰਾ ਪੁੱਤਰ ਹੈ ਖਾਲਸਾ, ਉਹ ਹਮੇਸ਼ਾ ਵਧੇਗਾ ਫੁੱਲੇਗਾ, ਉਹਦਾ ਕਦੇ ਵੀ ਨਾਸ਼ ਨਹੀਂ ਕੋਈ ਕਰ ਸਕੇ। ਭਾਵੇਂ ਮੇਰੇ ਜਿਹੜੇ ਬਿੰਦੀ ਪੁੱਤਰ ਨੇ ਉਹ 4 2 ਚਮਕੌਰ ਦੀ ਗੜੀ ਵਿੱਚ ਤੁਰਕ ਖਤਮ ਕਰ ਦੇਣਗੇ, ਸਰਹੰਦ ਦੀ ਗੜੀ ਵਿੱਚ ਉੱਥੇ ਫਿਰ ਕੁੱਲ ਖਤਮ ਹੋ ਜਾਏਗੀ, ਪਰ ਜਿਹੜਾ ਖਾਲਸਾ ਮੇਰਾ ਪੁੱਤਰ ਹਮੇਸ਼ਾ ਹੀ ਰਹੇਗਾ। ਇਸ ਕਰਕੇ ਸਤਿਗੁਰਾਂ ਨੇ ਬਚਨ ਕੀਤੇ ਜੀ, ਇਨਕੋ ਆਰਤਾ ਬੁਝਿਓ ਮਾਮ ਹਮ ਸੁੱਤਾ ਆਨ। ਕਹਿੰਦੇ ਵੀ ਇਹ ਵਜ਼ਾਰਤ ਮੈਂ ਪੰਜਾਂ ਵਾਲੀ ਪਾਈ ਹੈ, ਇਹਦਾ ਅਰਥ ਨਾ ਪੁੱਛਣਾ, ਤੁਹਾਨੂੰ ਮੇਰੀ ਅਤੇ ਮੇਰੇ ਪੁੱਤਰਾਂ ਦੀ ਕਸਮ ਵੀ ਇਹ ਤੁਸੀਂ ਨਾ ਪੁੱਛਣਾ ਵੀ ਕਿਉਂ ਇਹ ਬਚਨ ਕੀਤੇ ਨੇ ਜੀ। ਇਤਨੇ ਕਹਿ ਸ੍ਰੀ ਪ੍ਰਭੂ ਉੱਠੇ ਪਰਚੇ ਪਿਖੰਤ ਰੰਗ। ਇਹ ਕਹਿ ਕੇ ਸਤਿਗੁਰੂ ਜੀ ਉੱਠੇ ਤੇ ਆਪਣੇ ਘੋੜਿਆਂ ਵੱਲ ਗਏ ਤੇ ਘੋੜਿਆਂ ਨੂੰ ਵੇਖਣ ਲੱਗੇ। ਜਿਨੇ ਤਵੇਲੇ ਮੈਂ ਸਫਲ ਖੁਸ਼ੀ ਭੈ ਮੁਦ ਸੰਗ। ਤਵੇਲੇ ਵਿੱਚ ਬੰਨੇ ਸਾਰਿਆਂ ਘੋੜਿਆਂ ਵੱਲ ਵੇਖਿਆ ਤੇ ਬਹੁਤ ਸਤਿਗੁਰੂ ਪ੍ਰਸੰਨ ਚਿਤ ਹੋਏ, ਬੜੀ ਖੁਸ਼ੀ ਉਹਨਾਂ ਨੇ ਜ਼ਾਹਰ ਕੀਤੀ। ਹੁਣ ਸ੍ਰੀ ਗੁਰ ਲੰਗਰ ਗਏ ਛਕੈ ਛਕਾਏ ਪ੍ਰਸਾਦ। ਫਿਰ ਸਤਿਗੁਰੂ ਜੀ ਲੰਗਰ ਦੇ ਵਿੱਚ ਗਏ, ਲੰਗਰ ਪ੍ਰਸ਼ਾਦ ਆਦਿਕ ਸਤਿਗੁਰਾਂ ਨੇ ਆਪ ਛਕਿਆ, ਸਿੱਖ ਸੰਗਤਾਂ ਨੇ ਵੀ ਪ੍ਰਸ਼ਾਦਾ ਛਕਣਾ ਕੀਤਾ। ਏਡੇ ਗੁਨਾ
ਪ੍ਰਿਅੰਕ ਪਰ ਸਿੰਘ ਧਰੇ ਅਹਿਲਾਦ। ਫਿਰ ਆਪਣੇ ਪਲੰਗ ਦੇ ਉੱਤੇ ਆ ਕੇ ਸਤਿਗੁਰੂ ਜੀ ਲੇਟ ਗਏ ਤੇ ਆਨੰਦ ਧਾਰਨ ਕੀਤਾ। ਨਿਜ ਡੇਰੇ ਖਾਲਸਾ ਗਇਓ ਮਹਾ ਸੁਖ ਪਾਏ। ਫਿਰ ਖਾਲਸਾ ਆਪੋ ਆਪਣੇ ਡੇਰੇ ਆਪੋ ਆਪਣੇ ਸਥਾਨਾਂ ਤੇ ਚਲਾ ਗਿਆ ਤੇ ਮਹਾਨ ਸੁਖ ਪ੍ਰਾਪਤ ਕੀਤਾ। ਕਵੀ ਸੰਤੋਖ ਸਿੰਘ ਬੰਦਨਾ ਕਰੀ ਗੁਰਨ ਕੇ ਪਾਸ। ਸਤਿਗੁਰਾਂ ਦੇ ਚਰਨ ਕਮਲਾਂ ਤੇ ਕਵੀ ਸੰਤੋਖ ਸਿੰਘ ਜੀ ਨੇ ਬੰਦਨਾ ਕੀਤੀ ਤੇ ਇਹ ਪ੍ਰਸੰਗ ਜਿਹੜਾ ਹੈ ਉਸ ਨੂੰ ਸੰਪੂਰਨ ਕੀਤਾ, ਸਮਾਪਤ ਕੀਤਾ। ਸੋ ਇਸ ਵਿੱਚ ਬ੍ਰਾਹਮਣਾਂ ਦੀ ਔਰ ਖਾਲਸੇ ਦੀ ਬੜੀ ਮਹਾਨਤਾ, ਖਾਲਸੇ ਦੇ ਰਾਜ ਬਾਰੇ ਵੀ ਸਤਿਗੁਰਾਂ ਨੇ ਬੜੇ ਵਿਸਥਾਰ ਦੇ ਨਾਲ ਸਮਝਾ ਕਰਕੇ ਸਾਰਿਆਂ ਨੂੰ ਦੱਸਣਾ ਕੀਤਾ। ਸੰਗਤ ਜੀ ਇਹ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਇੰਨੀ ਕੁ ਬੇਨਤੀ ਸੰਗਤ ਜੀ ਪ੍ਰਵਾਨ ਕਰੋ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।